ਹੈਲੋ एवरीवन वेलकम टू CBC ਅਕੈਡਮੀ ਅਬੋਹਰ। ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰ ਰਹੇ ਹਾਂ ਆਪਣਾ ਟੌਪ 500 ਹਿਸਟਰੀ ਦੇ ਕੁਐਸਚਨ। ਸੋ ਆਪਾਂ ਸਾਈਮਨ ਕਮਿਸ਼ਨ ਤੱਕ ਪਹੁੰਚ ਗਏ ਸੀਗੇ। ਸਾਈਮਨ ਕਮਿਸ਼ਨ ਜਦੋਂ ਆਇਆ ਸੀਗਾ ਅਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਸਿਵਲ ਡਿਸਓਬੀਡੀਐਂਸ ਮੂਵਮੈਂਟ, ਡਾਂਡੀ ਮਾਰਚ, ਜਿਹੜਾ ਆਪਣਾ ਲਾਹੌਰ ਦਾ ਰੈਜ਼ੋਲਿਊਸ਼ਨ ਪਾਸ ਹੋਇਆ ਸੀਗਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ ਜੀ। ਸੋ ਤੁਹਾਨੂੰ ਮੈਂ ਸਮਝਾਤਾ ਸੀਗਾ ਵੀ ਜਿਹੜਾ ਸਾਈਮਨ ਕਮਿਸ਼ਨ ਹੈ ਕਿਉਂ ਆਇਆ ਸੀਗਾ, ਕਿਉਂਕਿ ਉਹ ਆਪਣਾ ਜਿਹੜਾ 1919 ਦਾ ਐਕਟ ਸੀਗਾ ਉਹਨੂੰ ਰਿਵਿਊ ਕਰਨ ਵਾਸਤੇ ਆਇਆ ਸੀਗਾ। ਕੌਨਸਟੀਟਿਊਸ਼ਨਲ ਅਰੇਂਜਮੈਂਟ ਸੀਗਾ ਜੋ ਇੰਡੀਆ ਦੇ ਵਿੱਚ ਬ੍ਰਿਟਿਸ਼ਰਸ ਦਾ, ਉਹਨੂੰ ਰਿਵਿਊ ਕਰਨ ਵਾਸਤੇ ਆਇਆ ਸੀਗਾ। ਪਰ ਹੈਰਾਨੀ ਦੀ ਗੱਲ ਇਹ ਸੀਗੀ ਵੀ ਇੰਡੀਆ ਦਾ ਕੌਨਸਟੀਟਿਊਸ਼ਨ ਹੀ ਰਿਵਿਊ ਕਰਨ ਆਇਆ ਸੀਗਾ, ਪਰ ਇੰਡੀਆ ਦੇ ਉਹਦੇ ਵਿੱਚ ਮੈਂਬਰ ਹੀ ਨਹੀਂ ਸੀਗੇ। ਸੋ ਇਹਨੂੰ ਵਾਈਟ ਕਮਿਸ਼ਨ ਵੀ ਕਿਹਾ ਜਾਂਦਾ। ਸੋ ਆਇਆ ਕਦੋਂ ਸੀ? 1928 ਦੇ ਵਿੱਚ ਆਇਆ ਸੀਗਾ। ਅਪੁਆਇੰਟ ਕਦੋਂ ਕੀਤਾ ਗਿਆ ਸੀ? 1927 ਦੇ ਵਿੱਚ ਕੀਤਾ ਗਿਆ ਸੀ। ਸੋ ਆਪਾਂ ਜਿਹੜਾ ਲਾਸਟ ਲੈਕਚਰ ਸੀਗਾ ਉਹਦੇ ਵਿੱਚ ਆਪਾਂ ਇਹ ਚੀਜ਼ਾਂ ਸਾਰੀਆਂ ਡਿਸਕਸ ਕੀਤੀਆਂ ਸੀ। ਜਿਹਨੇ ਨਹੀਂ ਵੇਖਿਆ ਲੈਕਚਰ ਜਾ ਕੇ ਜ਼ਰੂਰ ਵੇਖੋ। ਠੀਕ ਹੈ ਜੀ। ਸੋ ਆਪਾਂ ਕੰਟੀਨਿਊ ਕਰਦੇ ਹਾਂ ਆਪਾਂ ਅੱਗੇ। ਸੋ ਆਪਣਾ ਪਹਿਲਾ ਕੁਐਸਚਨ ਹੈਗਾ ਔਨ ਹੂ ਸੁਜੈਸ਼ਨ ਵਰ ਦਾ ਇੰਡੀਅਨ ਕੈਪਟ ਆਊਟ ਆਫ ਸਾਈਮਨ ਕਮਿਸ਼ਨ। ਸੋ ਕਿਹਦੀ ਸੁਜੈਸ਼ਨ 'ਤੇ ਸਾਈਮਨ ਕਮਿਸ਼ਨ ਨੇ ਜਿਹੜਾ ਸਾਈਮਨ ਕਮਿਸ਼ਨ ਸੀਗਾ ਉਹਦੇ ਵਿੱਚ ਕੋਈ ਵੀ ਇੰਡੀਅਨ ਮੈਂਬਰ ਨਹੀਂ ਲਿਆ ਗਿਆ? ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਇਰਵਿਨ ਦੇ ਰੈਕਮੈਂਡੇਸ਼ਨ 'ਤੇ ਕੋਈ ਵੀ ਇੰਡੀਅਨ ਮੈਂਬਰ ਸਾਈਮਨ ਕਮਿਸ਼ਨ ਦੇ ਵਿੱਚ ਨਹੀਂ ਲਿਆ ਗਿਆ। ਸੋ ਇਹਨੇ ਬਹੁਤ ਵੱਡੀ ਸਟਿਰ ਕ੍ਰੀਏਟ ਕਰਤੀ, ਬਹੁਤ ਵੱਡੀ ਮਤਲਬ ਕਿਓਸ ਕਹਿ ਸਕਦੇ ਹਾਂ, ਅਨਾਰਕੀ ਦੀ ਸਿਚੁਏਸ਼ਨ ਕ੍ਰੀਏਟ ਕਰਤੀ। ਜਿਹੜਾ ਆਪਣਾ ਰੈਵੋਲਿਊਸ਼ਨ ਜਾਂ ਕਹਿ ਸਕਦੇ ਇੰਡੀਅਨ ਇੰਡੀਪੈਂਡੈਂਟ ਮੂਵਮੈਂਟ ਖਤਮ ਕੀ ਇਨਐਕਟਿਵ ਹੋ ਗਈ ਸੀ। ਨੋਨ ਕਾਰਪੋਰੇਸ਼ਨ ਮੂਵਮੈਂਟ ਤੋਂ ਬਾਅਦ ਛੋਟੀਆਂ ਮੋਟੀਆਂ ਰੈਵੋਲਿਊਸ਼ਨਰੀ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਸੀਗੀਆਂ, ਕੋਈ ਮੇਜਰ ਐਕਟੀਵਿਟੀ ਨਹੀਂ ਹੋਈ ਸੀਗੀ। ਸੋ ਜਿਹੜੇ ਮਤਲਬ ਸਾਈਮਨ ਕਮਿਸ਼ਨ ਆਇਆ ਜਾਂ ਸਾਈਮਨ ਕਮਿਸ਼ਨ ਜਦੋਂ ਅਪੁਆਇੰਟ ਕੀਤਾ ਗਿਆ, ਲੋਕਾਂ ਅੰਦਰ ਇੱਕ ਰੋਸ਼ ਪੈਦਾ ਹੋ ਗਿਆ ਅਤੇ ਇੱਕ ਨਵੀਂ ਮਤਲਬ ਕਹਿ ਸਕਦੇ ਨਵੀਂ ਜਾਗ੍ਰਿਤੀ ਦਿੱਤੀ ਉਹ ਮੂਵਮੈਂਟ ਨੂੰ। ਜਿਹੜੀ ਮੂਵਮੈਂਟ ਇਨਐਕਟਿਵ ਹੋ ਗਈ ਸੀ ਉਹਨੂੰ ਐਕਟੀਵੇਟ ਕੀਤਾ, ਟ੍ਰਿਗਰ ਕੀਤਾ ਦੁਬਾਰਾ। ਠੀਕ ਹੈ। ਸੋ ਲਾਰਡ ਇਰਵਿਨ ਦੀ ਰੈਕਮੈਂਡੇਸ਼ਨ 'ਤੇ ਸਾਈਮਨ ਕਮਿਸ਼ਨ ਦੇ ਵਿੱਚ ਕੋਈ ਵੀ ਇੰਡੀਅਨ ਮੈਂਬਰ ਨਹੀਂ ਸੀਗਾ। ਠੀਕ ਹੈ। ਸੋ ਅਗਰ ਸਾਈਮਨ ਕਮਿਸ਼ਨ ਨਹੀਂ ਆਉਂਦਾ ਫਿਰ ਉਹ ਦੁਬਾਰਾ ਮੂਵਮੈਂਟ ਆਪਣੀ ਐਕਟਿਵ ਨਹੀਂ ਹੋਣੀ ਸੀ, ਸਿਵਲ ਡਿਸਓਬੀਡੀਐਂਸ ਮੂਵਮੈਂਟ ਰਹਿ ਜਾਣੀ ਸੀਗੀ। ਠੀਕ ਹੈ। ਸੋ ਇਹ ਗੱਲਾਂ ਬਹੁਤ ਹੀ ਲਿੰਕਡ ਹੁੰਦੀਆਂ। ਸੋ ਹਿਸਟਰੀ ਤੁਸੀਂ ਡਿਟੇਲ ਦੇ ਵਿੱਚ ਪੜ੍ਹੀ ਹੋਊਗੀ ਹੋਪਫੁਲੀ, ਅਤੇ ਹੁਣ ਤੁਹਾਨੂੰ ਹੋਰ ਲਿੰਕ ਕਰ ਪਾਓਗੇ ਤੁਸੀਂ ਜਲਦੀ। ਲਾਲਾ ਲਾਜਪਤ ਰਾਏ ਵਾਜ਼ ਇੰਜਰਡ। ਸੋ ਤੁਹਾਨੂੰ ਪਤਾ ਵੀ ਲਾਲਾ ਲਾਜਪਤ ਰਾਏ ਇੰਜਰਡ ਕਦੋਂ ਹੋਏ ਸੀਗੇ? ਕਿਉਂਕਿ ਲਾਲਾ ਲਾਜਪਤ ਰਾਏ ਪ੍ਰੋਟੈਸਟ ਕਰ ਰਹੇ ਸੀ ਅਗੇਂਸਟ ਦੀ ਕਮਿੰਗ ਆਫ ਦਾ ਸਾਈਮਨ ਕਮਿਸ਼ਨ। ਸੋ ਲਾਲਾ ਲਾਜਪਤ ਰਾਏ ਪ੍ਰੋਟੈਸਟ ਕਰ ਰਹੇ ਸੀਗੇ, ਉੱਥੇ ਪੁਲਿਸ ਨੇ ਲਾਠੀ ਚਾਰਜ ਕਰਤਾ ਸੀਗਾ, ਤਾਂ ਉਹਨਾਂ ਨੂੰ ਇਨ ਦਾ ਲਾਠੀ ਚਾਰਜ ਇਨ ਦਾ ਪ੍ਰੋਟੈਸਟ ਟੂ ਸਾਈਮਨ ਕਮਿਸ਼ਨ ਉਦੋਂ ਇੰਜਰਡ ਹੋਏ ਸੀਗੇ। ਸੋ ਸਾਰਿਆਂ ਨੂੰ ਪਤਾ ਇਹ ਗੱਲ। ਸੋ ਇਹ ਜਿਹੇ ਕੁਐਸਚਨ ਆਪਾਂ ਨੂੰ ਪੰਜਾਬ ਦੇ ਜਿਹੜੇ ਕਲੈਰੀਕਲ ਲੈਵਲ ਦੇ ਐਗਜ਼ਾਮ ਹੈ, ਪਟਵਾਰੀ ਦਾ ਐਗਜ਼ਾਮ ਹੈ ਜਾਂ ਹੋਰ ਕਲੈਰੀਕਲ ਲੈਵਲ ਦੇ ਐਗਜ਼ਾਮ ਹੈ, ਉਹਨਾਂ ਵਿੱਚ ਸਾਰੇ ਪੰਜਾਬ ਇਹ ਜਿਹੇ ਕੁਐਸਚਨ ਆਪਾਂ ਨੂੰ ਪੁੱਛੇ ਜਾ ਸਕਦੇ ਆ। ਸੋ ਇਹਨਾਂ ਨਾਲ ਆਪਾਂ ਜ਼ਿਆਦਾ ਮਤਲਬ ਐਮਫਸਿਸ ਦੇਣਾ ਜੋ ਮੈਂ ਤੁਹਾਨੂੰ ਕਹੂੰਗਾ ਵੀ ਕਲੈਰੀਕਲ ਵਾਸਤੇ ਜੋ PCS ਵਾਸਤੇ ਹੈਗਾ। ਸੋ ਉਸ ਢੰਗ ਦੇ ਨਾਲ ਤੁਸੀਂ ਕਰ ਲੈਣਾ, ਕਿਉਂਕਿ ਸਾਰਾ ਲੈਕਚਰ ਹੈਗਾ ਸਾਰਿਆਂ ਲਈ ਹੈਗਾ, ਭਾਵੇਂ ਨੈਬ ਤਹਿਸੀਲਦਾਰ ਹੈ, PCS ਹੈਗਾ, ਕਲਰਕ ਹੈਗਾ, ਸਾਰਿਆਂ ਲਈ ਇਹ ਲੈਕਚਰ ਇੰਪੋਰਟੈਂਟ ਹੈਗਾ। ਠੀਕ ਹੈ। ਸੋ ਆਪਾਂ ਕੁਐਸਚਨ ਹੀ ਇਸ ਢੰਗ ਦੇ ਨਾਲ ਫਰੇਮ ਕੀਤੇ, ਹਾਈ ਲੈਵਲ ਤੋਂ ਲੋ ਲੈਵਲ ਤੱਕ ਦੇ ਕੁਐਸਚਨ ਸਾਰੇ ਹੀ ਆਪਾਂ ਫਰੇਮ ਕੀਤੇ ਹੋਏ। ਠੀਕ ਹੈ। ਸੋ ਨੈਕਸਟ ਕੁਐਸਚਨ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਨਹਿਰੂ ਰਿਪੋਰਟ ਵਾਜ਼ ਪ੍ਰੀਪੇਅਰਡ ਬਾਏ ਦਾ। ਸੋ ਨਹਿਰੂ ਰਿਪੋਰਟ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਡਿਸਕਸ ਕਰ ਲੈਣਾ। ਨਹਿਰੂ ਰਿਪੋਰਟ ਕਿਉਂ ਬਣੀ ਸੀਗੀ? ਕਿਉਂਕਿ ਜਿਹੜੇ ਉੱਥੋਂ ਦੇ ਸੈਕਟਰੀ ਆਫ ਸਟੇਟ ਸੀਗੇ ਬ੍ਰਿਟਿਸ਼ਰਸ ਦੇ, ਲਾਰਡ ਬਿਰਕਨਹੈਡ, ਉਹਨਾਂ ਨੇ ਕਿਹਾ ਵੀ ਇੰਡੀਅਨ ਤਾਂ ਲਾਇਕ ਹੀ ਹੈ ਨਹੀਂਗੇ ਕੌਨਸਟੀਟਿਊਸ਼ਨ ਫਰੇਮ ਕਰਨ ਦੇ, ਤਾਂ ਅਸੀਂ ਇਹਨਾਂ ਨੂੰ ਇੰਡੀਅਨਸ ਨੂੰ ਕਿਉਂ ਇਨਕਲੂਡ ਕਰੀਏ ਆਪਣੇ ਸਾਈਮਨ ਕਮਿਸ਼ਨ ਦੇ ਵਿੱਚ। ਤਾਂ ਉਹਨਾਂ ਨੇ ਇੱਕ ਚੈਲੰਜ ਥਰੋ ਕੀਤਾ ਇੰਡੀਅਨਸ ਨੂੰ ਅਤੇ ਕਿਹਾ ਵੀ ਤੁਸੀਂ ਸਾਰੀਆਂ ਪਾਰਟੀਆਂ ਜੋ ਵੀ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਹੈਗੀਆਂ ਉਹ ਸਾਨੂੰ ਇੱਕ ਕੌਨਸਟੀਟਿਊਸ਼ਨ ਫਰੇਮ ਕਰਕੇ ਵਿਖਾਓ। ਠੀਕ ਹੈ। ਜੋ ਵੀ ਰੈਕਮੈਂਡੇਸ਼ਨ ਦੇਣੀ ਆ ਤੁਸੀਂ। ਠੀਕ ਹੈ। ਤਾਂ ਇੱਕ ਨਹਿਰੂ ਰਿਪੋਰਟ ਉੱਭਰ ਕੇ ਸਾਹਮਣੇ ਆਈ, ਜਿਹੜੀ ਕਿ ਫਰੇਮ ਕੀਤੀ ਸੀ ਕਿ ਮੋਤੀ ਲਾਲ ਨਹਿਰੂ ਨੇ। ਠੀਕ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਕਦੋਂ ਪੇਸ਼ ਕੀਤੀ ਗਈ ਸੀ ਨਹਿਰੂ ਰਿਪੋਰਟ। ਤਾਂ ਆਪਣਾ ਆਨਸਰ ਆ ਜਾਊਗਾ 1928 ਦੇ ਵਿੱਚ ਨਹਿਰੂ ਰਿਪੋਰਟ ਪੇਸ਼ ਕੀਤੀ ਗਈ ਸੀਗੀ। ਜਿਵੇਂ ਇਹਦੇ ਵਿੱਚ ਪਹਿਲੀ ਵਾਰੀ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਗਈ ਸੀ ਨਹਿਰੂ ਰਿਪੋਰਟ ਦੇ ਵਿੱਚ, ਆਪਣੇ ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਗਈ ਸੀ, ਫਰੀਡਮ ਦੀ ਗੱਲ ਨਹੀਂ ਕੀਤੀ ਗਈ ਸੀ, ਫੁੱਲ ਫਰੀਡਮ ਦੀ ਗੱਲ ਨਹੀਂ ਕੀਤੀ ਗਈ ਸੀ, ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਗਈ ਸੀਗੀ। ਹੋਰ ਵੀ ਬਹੁਤ ਸਾਰੀਆਂ ਰੈਕਮੈਂਡੇਸ਼ਨ ਜੋ ਐਟ ਪ੍ਰੈਜ਼ੈਂਟ ਕੌਨਸਟੀਟਿਊਸ਼ਨ ਦੇ ਵਿੱਚ ਵੀ ਹੈਗੀਆਂ, ਉਹਦੇ ਵਿੱਚ ਜਿਹੜੀ ਨਹਿਰੂ ਰਿਪੋਰਟ ਦੇ ਵਿੱਚ ਹੈਗੀਆਂ ਸੀਗੀਆਂ। ਠੀਕ ਹੈ। ਸੈਪਰੇਟ ਇਲੈਕਟੋਰੇਟ ਦੀ ਗੱਲ ਨਹੀਂ ਕੀਤੀ ਗਈ ਸੀਗੀ। ਸੋ ਇਹ 2-3 ਪ੍ਰੋਵੀਜ਼ਨ ਹੈ ਜੋ ਜ਼ਿਆਦਾ ਇੰਪੋਰਟੈਂਟ ਹੈਗੀਆਂ। ਜਿਵੇਂ ਫੰਡਾਮੈਂਟਲ ਰਾਈਟਸ ਵਾਲੀ ਗੱਲ ਕੀਤੀ ਗਈ ਸੀਗੀ, ਸੈਪਰੇਟ ਇਲੈਕਟੋਰੇਟਸ ਦੀ ਗੱਲ ਨਹੀਂ ਕੀਤੀ ਗਈ, ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਗਈ ਸੀ, ਫੁੱਲ ਫਰੀਡਮ ਦੀ ਗੱਲ ਨਹੀਂ ਕੀਤੀ ਗਈ ਸੀ। ਠੀਕ ਹੈ। ਸੋ ਮੋਤੀ ਲਾਲ ਨਹਿਰੂ ਨੇ ਪ੍ਰੀਪੇਅਰ ਕੀਤੀ ਸੀ ਇਹ ਪ੍ਰੋਪਰ ਜਿਹੜੀ ਨਹਿਰੂ ਰਿਪੋਰਟ ਸੀਗੀ। ਸੋ ਨਹਿਰੂ ਰਿਪੋਰਟ ਦੇ ਨਾਲ ਜਿਹੜੇ ਮੁਸਲਿਮ ਸੀਗੇ ਉਹ ਸੈਟਿਸਫਾਈਡ ਨਹੀਂ ਸੀਗੇ। ਪਹਿਲਾਂ ਜਦੋਂ ਇਹ ਰਿਪੋਰਟ ਬਣਨ ਲੱਗੀ ਸੀ ਉਹ ਤਾਂ ਪ੍ਰੋਪਰਲੀ ਪਾਰਟੀਸਪੇਟ ਕਰ ਰਹੇ ਸੀਗੇ, ਪਰ ਜਦੋਂ ਉਹਨਾਂ ਨੇ ਉਹਨਾਂ ਦਾ ਮੁਸਲਿਮਸ ਦਾ ਕੀ ਮੁੱਦਾ ਸੀ ਕਿ ਇੱਕ ਸੈਪਰੇਟ ਇਲੈਕਟੋਰੇਟ ਲੈ ਕੇ ਆਉਣਾ,
ਪਰ ਜਿਹੜੇ ਆਪਣੇ ਨਹਿਰੂ ਰਿਪੋਰਟ ਦੇ ਵਿੱਚ ਸੈਪਰੇਟ ਇਲੈਕਟੋਰੇਟ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀਗਾ, ਤਾਂ ਕਰਕੇ ਮੁਸਲਿਮ ਇਸ ਰਿਪੋਰਟ ਤੋਂ ਜ਼ਿਆਦਾ ਸੈਟਿਸਫਾਈਡ ਨਹੀਂ ਸੀਗੇ। ਤਾਂ ਮੁਹੰਮਦ ਅਲੀ ਜਿਨ੍ਹਾਂ ਨੇ ਆਪਣਾ 14 ਪੁਆਇੰਟਸ ਦਾ ਏਜੰਡਾ ਰੱਖਿਆ, ਜਿਵੇਂ ਕਿ ਨੈਕਸਟ ਕੁਐਸਚਨ ਹੈਗਾ ਜੋ ਕਿ ਰੱਖਿਆ 1929 ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ। ਠੀਕ ਹੈ, ਇਨ ਵਿਚ ਦਾ ਫੋਲੋਇੰਗ ਸੈਸ਼ਨ ਆਫ ਦਾ ਮੁਸਲਿਮ ਲੀਗ ਐਮ ਏ ਜਿੰਨਾ ਪੁੱਟ ਫੋਰਥ ਇਟਸ ਹਿਜ਼ 14 ਪੁਆਇੰਟ ਪ੍ਰਪੋਜ਼ਲ। ਸੋ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ 14 ਪੁਆਇੰਟ ਪ੍ਰਪੋਜ਼ਲ ਕੀ ਸੀਗਾ। 14 ਪੁਆਇੰਟ ਪ੍ਰਪੋਜ਼ਲ ਇਹ ਸੀਗਾ ਜੋ ਨਹਿਰੂ ਦੀ ਰਿਪੋਰਟ ਦੇ ਅਗੇਂਸਟ ਆਈਆਂ ਸੀ ਚੀਜ਼ਾਂ, ਵੀ ਜੋ ਨਹਿਰੂ ਰਿਪੋਰਟ ਦੇ ਵਿੱਚ ਕਮੀਆਂ ਸੀਗੀਆਂ ਉਹ ਐਮ ਏ ਜਿੰਨਾ ਨੇ ਆਪਣੀ ਰਿਪੋਰਟ ਦੇ ਵਿੱਚ ਮੈਂਸ਼ਨ ਕੀਤੀਆਂ। ਕਦੋਂ ਕੀਤੀਆਂ? 1929 ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈਗਾ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਹੁਣ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਹੂ ਆਫ ਦਾ ਫੋਲੋਇੰਗ ਵਾਜ਼ ਦਾ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਪਾਰਟੀਜ਼ ਕਾਨਫਰੰਸ ਹੈਲਡ ਇਨ ਫੈਬਰਰੀ 1928। ਸੋ ਆਲ ਇੰਡੀਆ ਜਿਹੜੀ ਪਾਰਟੀ ਦੀ ਕਾਨਫਰੰਸ ਹੋਈ ਸੀਗੀ, ਕਦੋਂ ਹੋਈ ਸੀਗੀ? ਤਾਂ ਆਪਣਾ ਆਨਸਰ ਆ ਜਾਊਗਾ 1928 ਦੇ ਵਿੱਚ ਹੋਈ ਸੀਗੀ। ਠੀਕ ਹੈ, ਇਹਨਾਂ ਨੇ ਮਿਲ ਕੇ ਹੀ ਜਿਹੜੀ ਨਹਿਰੂ ਰਿਪੋਰਟ ਦੀ ਫਾਊਂਡੇਸ਼ਨ ਰੱਖੀ ਸੀਗੀ, ਫਾਰਮੇਸ਼ਨ ਕੀਤੀ ਸੀਗੀ। ਅਤੇ ਆਪਾਂ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਆਲ ਇੰਡੀਆ ਪਾਰਟੀਜ਼ ਦੀ ਕਾਨਫਰੰਸ ਜਦੋਂ ਹੋਈ ਸੀਗੀ ਉਹ ਤਾਂ ਪ੍ਰੈਜ਼ੀਡੈਂਟ ਕੌਣ ਸੀ? ਤਾਂ ਆਪਣਾ ਆਨਸਰ ਆ ਜਾਊਗਾ ਡਾਕਟਰ ਐਮ ਏ ਅੰਸਾਰੀ। ਸੋ ਇੱਥੇ ਡਾਕਟਰ ਜਿਹੜੇ ਆਪਣੇ ਮੋਤੀ ਲਾਲ ਨਹਿਰੂ ਦੇ ਨਾਲ ਕਨਫਿਊਜ਼ ਨਹੀਂ ਕਰਨਾ, ਕਿਉਂਕਿ ਉਹ ਪ੍ਰੈਜ਼ੀਡੈਂਟ ਨਹੀਂ ਸੀ ਕਿ ਉਹਨਾਂ ਨੇ ਨਹਿਰੂ ਰਿਪੋਰਟ ਨੂੰ ਪ੍ਰਪੇਅਰ ਕੀਤਾ ਸੀ, ਨਾ ਕਿ ਉਹ ਜਿਹੜੀ ਆਲ ਇੰਡੀਆ ਕਾਨਫਰੰਸ ਦੇ ਪ੍ਰੈਜ਼ੀਡੈਂਟ ਸੀਗੇ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਲ ਇੰਡੀਆ ਜਿਹੜੀ ਕਾਨਫਰੰਸ ਹੋਈ ਸੀਗੀ, ਆਲ ਇੰਡੀਆ ਪਾਰਟੀ ਕਾਨਫਰੰਸ ਹੋਈ ਸੀਗੀ 1928 ਦੇ ਵਿੱਚ, ਤਾਂ ਉਹਦੇ ਪ੍ਰੈਜ਼ੀਡੈਂਟ ਕੌਣ ਸੀਗੇ? ਡਾਕਟਰ ਐਮ ਏ ਅੰਸਾਰੀ। ਠੀਕ ਹੈ, ਸੋ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹੂ ਅਮੰਗ ਆਫ ਦਾ ਫੋਲੋਇੰਗ ਲੀਡਰ ਪ੍ਰਪੋਜ਼ ਟੂ ਅਡੋਪਟ ਅ ਕੰਪਲੀਟ ਇੰਡੀਪੈਂਡੈਂਸ ਐਜ਼ ਦਾ ਗੋਲ ਆਫ ਦਾ ਕਾਂਗਰਸ ਇਨ ਅਹਿਮਦਾਬਾਦ ਸੈਸ਼ਨ ਆਫ 1921। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਅਤੇ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਬਈ ਪਹਿਲਾ ਕਿਹੜਾ ਇਹੋ ਜਿਹਾ ਲੀਡਰ ਸੀਗਾ ਜਿਹਨੇ ਪ੍ਰਪੋਜ਼ ਕੀਤਾ ਵੀ ਤੁਸੀਂ ਕਾਂਗਰਸ ਨੂੰ ਮਤਲਬ ਪ੍ਰਪੋਜ਼ ਕੀਤਾ ਵੀ ਜਿਹੜਾ ਤੁਹਾਡਾ ਕਾਂਗਰਸ ਦਾ ਗੋਲ ਹੋਣਾ ਚਾਹੀਦਾ ਸਵਰਾਜ ਦਾ ਹੋਣਾ ਚਾਹੀਦਾ, ਨਾ ਕਿ ਡੋਮੀਨੀਅਨ ਸਟੇਟਸ ਦਾ ਹੋਣਾ ਚਾਹੀਦਾ। ਤਾਂ ਆਪਣਾ ਆਨਸਰ ਆ ਜਾਊਗਾ ਹਸਰਤ ਮੋਹਾਨੀ ਨੇ। ਬਹੁਤ ਹੀ ਇੰਪੋਰਟੈਂਟ ਹੈਗਾ ਇਹਨੂੰ ਤੁਸੀਂ ਜਿਹੜਾ ਆਪਣਾ ਸਵਰਾਜ ਵਰਡ ਡਿਰਾਈਵ ਕਦੋਂ ਹੋਇਆ, ਕਿਹੜੇ ਸੈਸ਼ਨ ਦੇ ਵਿੱਚ ਹੋਇਆ, ਉਹਦੇ ਨਾਲ ਤੁਸੀਂ ਇਹਨੂੰ ਕਨਫਿਊਜ਼ ਨਹੀਂ ਕਰਨਾ। ਜਿਹੜਾ ਸਵਰਾਜ ਵਾਲਾ ਸੈਸ਼ਨ ਸੀਗਾ 1905 ਦਾ ਸੈਸ਼ਨ ਸੀਗਾ ਜੀ ਕੇ ਗੋਖਲੇ ਵਾਲਾ। ਠੀਕ ਹੈ, ਉਹਦੇ ਨਾਲ ਕਨਫਿਊਜ਼ ਨਹੀਂ ਕਰਨਾ। ਸਵਰਾਜ ਨੂੰ ਪ੍ਰਪੋਜ਼ ਕਿਹਨੇ ਕੀਤਾ ਵੀ ਕਾਂਗਰਸ ਦੇ ਵਿੱਚ ਜਿਹੜਾ ਮੇਨ ਏਮ ਹੋਣਾ ਚਾਹੀਦਾ ਕਾਂਗਰਸ ਦਾ ਉਹ ਸਵਰਾਜ ਹੋਣਾ ਚਾਹੀਦਾ, ਨਾ ਕਿ ਡੋਮੀਨੀਅਨ ਸਟੇਟਸ ਹੋਣਾ ਚਾਹੀਦਾ। ਠੀਕ ਹੈ, ਸੋ ਪ੍ਰਪੋਜ਼ ਕੀਤਾ ਹਸਰਤ ਮੋਹਾਨੀ ਨੇ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਵੈਨ ਡਿਡ ਦਾ ਕਾਂਗਰਸ ਪਾਸ ਦਾ ਪ੍ਰਪੋਜ਼ਲ ਆਫ ਇੰਡੀਪੈਂਡੈਂਸ ਆਫ ਇੰਡੀਆ ਫॉर ਦਾ ਫਸਟ ਟਾਈਮ। ਹੁਣ ਜਦੋਂ ਪਹਿਲਾਂ ਹੋ ਰਿਹਾ ਸੀ ਸਾਰਾ ਕੁਛ ਤਾਂ ਕੀ ਹੈਗਾ ਸੀਗਾ ਮੇਨ ਏਮ ਕਾਂਗਰਸ ਦਾ ਡੋਮੀਨੀਅਨ ਸਟੇਟਸ ਲੈਣਾ। ਜਿਵੇਂ ਤੁਸੀਂ ਵੇਖ ਵੀ ਸਕਦੇ ਹੋ 1928 ਦੇ ਵਿੱਚ ਕਾਂਗਰਸ ਨੇ ਨਹਿਰੂ ਰਿਪੋਰਟ ਦੇ ਵਿੱਚ ਵੀ ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਕਿ ਡੋਮੀਨੀਅਨ ਸਟੇਟਸ ਦਾ ਗੱਲ ਕੀ ਹੁੰਦੀ ਹੈ ਵੀ ਇੰਡੀਆ ਦੇ ਵਿੱਚ ਸਿਰਫ ਅਸੀਂ ਆਪ ਰੂਲ ਕਰ ਰਹੇ ਹਾਂ, ਪਰ ਸਾਡੀ ਜਿਹੜੀ ਉੱਤੇ ਪਾਵਰ ਹੈਗੀ ਉਹ ਬ੍ਰਿਟਿਸ਼ ਪਾਵਰ ਹੀ ਰਹੂਗੀ। ਠੀਕ ਹੈ ਜੀ, ਸੋ ਇਹ ਹੁੰਦਾ ਡੋਮੀਨੀਅਨ ਸਟੇਟਸ। ਠੀਕ ਹੈ, ਤਾਂ ਡੋਮੀਨੀਅਨ ਸਟੇਟਸ ਦੀ ਗੱਲ ਹੋ ਰਹੀ ਸੀ 1928 ਤੱਕ, ਪਰ ਜਦੋਂ ਇਹਨਾਂ ਨੇ ਨਹਿਰੂ ਰਿਪੋਰਟ ਪੇਸ਼ ਕੀਤੀ ਤਾਂ ਨਹਿਰੂ ਰਿਪੋਰਟ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਮੰਨੀਆਂ ਨਹੀਂ। ਠੀਕ ਹੈ ਜੀ, ਜਿਹੜੇ ਆਪਣੇ ਸਾਈਮਨ ਕਮਿਸ਼ਨ ਦੇ ਵਿੱਚ ਕੋਈ ਇਹੋ ਜਿਹੀ ਰੈਕਮੈਂਡੇਸ਼ਨ ਨਹੀਂ ਸੀ ਜੋ ਨਹਿਰੂ ਰਿਪੋਰਟ ਦੇ ਨਾਲ ਮਿਲਦੀ ਜੁਲਦੀ ਸੀਗੀ, ਤਾਂ ਲੋਕਾਂ ਨੂੰ ਰੋਸ਼ ਆਇਆ। ਠੀਕ ਹੈ ਜੀ, ਤਾਂ ਜਵਾਹਰ ਲਾਲ ਨਹਿਰੂ ਨੇ ਇੱਕ ਸੈਸ਼ਨ ਕੰਡਕਟ ਕੀਤਾ ਜਿਹਨੂੰ ਕਿਹਾ ਜਾਂਦਾ ਲਾਹੌਰ ਸੈਸ਼ਨ 1929 ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਸੈਸ਼ਨ ਹੈਗਾ ਲਾਹੌਰ ਸੈਸ਼ਨ, ਜਿਹੜਾ ਕਿ ਜਵਾਹਰ ਲਾਲ ਨਹਿਰੂ ਨੇ ਹੈਡ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਸਵਰਾਜ ਚਾਹੀਦਾ, ਨਾ ਕਿ ਡੋਮੀਨੀਅਨ ਸਟੇਟਸ ਚਾਹੀਦਾ। ਹੁਣ ਜਿਹੜੀ ਸਾਡੀ ਡਿਮਾਂਡ ਹੈਗੀ ਡੋਮੀਨੀਅਨ ਸਟੇਟਸ ਦੀ ਨਹੀਂ ਰਹਿ ਗਈ, ਹੁਣ ਸਵਰਾਜ ਦੀ ਗੱਲ ਆ ਗਈ ਹੈ ਸਾਰੀ ਦੀ ਸਾਰੀ। ਸਵਰਾਜ ਕੀ ਹੁੰਦਾ ਸੀਗਾ? ਫੁੱਲ ਇੰਡੀਪੈਂਡੈਂਸ। ਸੋ ਲਾਹੌਰ ਸੈਸ਼ਨ ਸੀਗਾ ਜੋ ਜਵਾਹਰ ਲਾਲ ਨਹਿਰੂ ਨੇ ਹੈਡ ਕੀਤਾ ਸੀ। ਉੱਥੇ ਮਤਲਬ ਪਹਿਲੀ ਵਾਰੀ ਆਫੀਸ਼ੀਅਲੀ ਕਾਂਗਰਸ ਨੇ ਕਿਹਾ ਸੀਗਾ ਵੀ ਹਾਂ ਵੀ ਸਾਨੂੰ ਹੁਣ ਇੰਡੀਪੈਂਡੈਂਸ ਚਾਹੀਦੀ ਹੈ, ਹੁਣ ਸਾਨੂੰ ਸਵਰਾਜ ਚਾਹੀਦਾ, ਨਾ ਕਿ ਕੋਈ ਡੋਮੀਨੀਅਨ ਸਟੇਟਸ ਦੀ ਗੱਲ ਨਹੀਂ ਕੀਤੀ ਜਾਊਗੀ। ਉਸ ਤੋਂ ਥੱਲੇ ਅਸੀਂ ਡਿਮਾਂਡ ਹੀ ਨਹੀਂ ਰੱਖਣੀ। ਜਿਵੇਂ ਕਿ ਹੁਣ ਆਪਾਂ ਫਾਰਮ ਬੇਸ ਦੀ ਗੱਲ ਕਰ ਰਹੇ ਹਾਂ, ਤਾਂ ਹੁਣ ਇਹਦੇ ਵਿੱਚ ਆਪਾਂ ਕੋਈ ਸੰਸ਼ੋਧਨ ਦੀ ਗੱਲ ਨਹੀਂ ਕਰ ਰਹੇ, ਹੁਣ ਆਪਾਂ ਟਰਮੀਨੇਟ ਹੀ ਕਰਵਾਉਣੇ ਆ ਫਾਰਮ ਬੇਸ। ਠੀਕ ਹੈ, ਸੋ ਇਸੇ ਤਰ੍ਹਾਂ ਹੀ ਹੋਇਆ ਸੀਗਾ ਵੀ ਹੁਣ ਸਾਨੂੰ ਡੋਮੀਨੀਅਨ ਸਟੇਟਸ ਨਹੀਂ ਚਾਹੀਦਾ, ਹੁਣ ਸਾਨੂੰ ਫੁੱਲ ਇੰਡੀਪੈਂਡੈਂਸ ਚਾਹੀਦੀ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਹੈਗਾ। ਸੋ ਮੇਰਾ ਨੈਕਸਟ ਕੁਐਸਚਨ ਹੀ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਵੈਨ ਦਾ ਰੈਜ਼ੋਲੂਸ਼ਨ ਆਫ ਦਾ ਪੂਰਨਾ ਸਵਰਾਜ ਵਾਜ਼ ਪਾਸਡ। ਪੂਰਨਾ ਸਵਰਾਜ ਦੀ ਗੱਲ ਕੀਤੀ ਗਈ, ਮਤਲਬ ਫੁੱਲ ਇੰਡੀਪੈਂਡੈਂਸ ਦੀ ਗੱਲ ਕੀਤੀ ਗਈ। ਬਹੁਤ ਹੀ ਇੰਪੋਰਟੈਂਟ ਹੈਗਾ। ਫੁੱਲ ਇੰਡੀਪੈਂਡੈਂਸ ਦੀ ਗੱਲ ਮਤਲਬ ਕਾਂਗਰਸ ਦੁਆਰਾ ਪਰਮਾਨੈਂਟਲੀ ਕਿੱਥੇ ਪਾਸ ਕੀਤੀ ਗਈ? ਤਾਂ ਆਪਣਾ ਆਨਸਰ ਆ ਜਾਊਗਾ ਲਾਹੌਰ ਸੈਸ਼ਨ 1929 ਦੇ ਵਿੱਚ, ਜਿਹੜਾ ਕਿ ਹੈਡ ਕੀਤਾ ਗਿਆ ਸੀਗਾ ਜਵਾਹਰ ਲਾਲ ਨਹਿਰੂ ਦੁਆਰਾ। ਠੀਕ ਹੈ, ਸੋ ਲਾਹੌਰ ਸੈਸ਼ਨ ਦੇ ਵਿੱਚ ਡਿਕਲੇਅਰ ਕੀਤਾ ਗਿਆ ਵੀ ਜਿਹੜਾ 26 ਜਨਵਰੀ ਹੈਗਾ ਉਹ ਇੰਡੀਪੈਂਡੈਂਸ ਡੇ ਮਨਾਇਆ ਜਾਊਗਾ। ਠੀਕ ਹੈ, ਕਿਉਂਕਿ ਹਜੇ ਆਪਾਂ ਆਜ਼ਾਦ ਹੋਏ ਨਹੀਂ ਸੀਗੇ। ਠੀਕ ਹੈ, ਪਰ ਆਪਾਂ ਮਨਾਉਣ ਲੱਗ ਗਏ ਸੀ ਹਾਂ ਵੀ ਇਹ ਸਾਡਾ ਇੰਡੀਪੈਂਡੈਂਸ ਡੇ ਹੈ, ਤਾਂ 26 ਜਨਵਰੀ ਨੂੰ ਇੰਡੀਪੈਂਡੈਂਸ ਡੇ ਮਨਾਉਣ ਲੱਗ ਗਏ ਸੀ। ਠੀਕ ਹੈ, ਐਸੇ ਕਰਕੇ ਆਪਾਂ ਹੁਣ ਉਹਨੂੰ ਰਿਪਬਲਿਕ ਡੇ ਮਨਾਉਂਦੇ ਹਾਂ। ਤਾਂ ਆਪਣਾ ਜਿਹੜਾ ਕੌਂਸਟੀਟਿਊਸ਼ਨ ਅਡੋਪਟ ਕੀਤਾ ਗਿਆ ਆਫੀਸ਼ੀਅਲੀ ਉਹ ਵੀ 26 ਜਨਵਰੀ ਨੂੰ ਕੀਤਾ ਗਿਆ 1950 ਦੇ ਵਿੱਚ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਹੁਣ।
ਸੋ ਨੈਕਸਟ ਕੁਐਸਚਨ ਹੈਗਾ ਵੈਨ ਡਿਡ ਦ ਡਾਂਡੀ ਮਾਰਚ ਬਿਗਿਨ। ਸੋ ਡਾਂਡੀ ਮਾਰਚ ਕਦੋਂ ਬਿਗਿਨ ਹੋਈ ਸੀ, ਤਾਂ ਆਪਣਾ ਆਂਸਰ ਆ ਜਾਊਗਾ 12 ਮਾਰਚ 1930 ਨੂੰ ਡਾਂਡੀ ਮਾਰਚ ਬਿਗਿਨ ਹੋਈ ਸੀਗੀ। ਠੀਕ ਹੈ, ਸੋ ਹੁਣ ਆਪਣਾ ਕੁਐਸਚਨ ਬਣਦਾ ਹੈ ਵੀ ਡਾਂਡੀ ਮਾਰਚ ਕਿੱਥੋਂ ਸਟਾਰਟ ਹੋਈ ਸੀ, ਤਾਂ ਆਪਣਾ ਆਂਸਰ ਆ ਜਾਊਗਾ ਸਾਬਰਮਤੀ ਤੋਂ ਡਾਂਡੀ ਮਾਰਚ ਸਟਾਰਟ ਹੋਈ ਸੀਗੀ। ਠੀਕ ਹੈ, ਡਾਂਡੀ ਮਾਰਚ ਦਾ ਏਮ ਕੀ ਸੀਗਾ, ਜਿਹੜੇ ਸੌਲਟ ਲਾਅ ਹੈਗੇ ਉਹਨੂੰ ਬ੍ਰੇਕ ਕਰਨਾ ਆਫੀਸ਼ੀਅਲੀ, ਅਤੇ ਸਿਵਲ ਡਿਸਓਬੀਡੈਂਸ ਮੂਵਮੈਂਟ ਨੂੰ ਸਟਾਰਟ ਕਰਨਾ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋਲਟ ਐਜ਼ ਏ ਬਹੁਤ ਹੀ ਕਾਮਨ ਕੋਮੋਡਿਟੀ ਹੈਗੀ ਹੈ ਜੋ ਆਪਣੇ ਮਤਲਬ ਡੇਲੀ ਲਾਈਫ ਦੇ ਵਿੱਚ ਯੂਜ਼ ਹੁੰਦੀ ਹੈ, ਤਾਂ ਮਹਾਤਮਾ ਗਾਂਧੀ ਨੇ ਬਹੁਤ ਹੀ ਮਤਲਬ ਇੱਕ ਇਨੋਵੇਟਿਵ ਵੇ ਦੇ ਨਾਲ ਜਾਂ ਕਹਿ ਸਕਦੇ ਹਾਂ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੋਲਟ ਨੂੰ ਕਿਉਂ ਚੁਣਿਆ, ਕਿਉਂਕਿ ਸਾਰੇ ਹੀ ਯੂਜ਼ ਕਰਦੇ ਸੀ ਅਤੇ ਪਰ ਇਹਦੇ ਉੱਤੇ ਬ੍ਰਿਟਿਸ਼ ਟੈਕਸ ਲਾ ਰਹੇ ਸੀਗੇ। ਸੋ ਸੋਲਟ ਲਾਅ ਬ੍ਰੇਕ ਕਰਨ ਦੀ ਗੱਲ ਕੀਤੀ ਗਈ ਡਾਂਡੀ ਮਾਰਚ ਦੇ ਵਿੱਚ। ਸੋ ਮਹਾਤਮਾ ਗਾਂਧੀ ਨੇ ਸਾਬਰਮਤੀ ਤੋਂ ਲੈ ਕੇ ਡਾਂਡੀ ਇੱਕ 12 ਮਾਰਚ ਨੂੰ ਸਟਾਰਟ ਹੋਈ ਸੀਗੀ ਅਤੇ 6 ਅਪ੍ਰੈਲ ਨੂੰ ਪਹੁੰਚ ਗਏ ਸੀ ਗਾਂਧੀ ਜੀ। ਠੀਕ ਹੈ, ਉੱਥੇ ਤਾਂ ਉੱਥੇ 6 ਅਪ੍ਰੈਲ ਨੂੰ ਉਹਨਾਂ ਨੇ ਆਫੀਸ਼ੀਅਲੀ ਡਾਂਡੀ ਦੇ ਵਿੱਚ ਜਾ ਕੇ ਆਪਣੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਕੀਤੀ ਅਤੇ ਸੋਲਟ ਲਾਅ ਨੂੰ ਬ੍ਰੇਕ ਕਰਕੇ। ਠੀਕ ਹੈ, ਸਿਵਲ ਡਿਸਓਬੀਡੈਂਸ ਦਾ ਮਤਲਬ ਕੀ ਹੁੰਦਾ, ਜਿਹੜੇ ਤੁਹਾਡੇ ਕਾਨੂੰਨ ਹੈਗੇ ਆ ਉਹਦੀ ਉਲੰਘਣਾ ਕਰਨੀ। ਠੀਕ ਹੈ ਜੀ, ਪਹਿਲਾਂ ਕੀ ਹੁੰਦਾ ਸੀ ਨੋਨ ਕੋਆਪਰੇਟ ਕਰ ਰਹੇ ਸੀਗੇ, ਹੁਣ ਕੀ ਕੀਤਾ ਉਹਨਾਂ ਨੇ ਸਿਵਲ ਡਿਸਓਬੀਡੈਂਸ ਕੀਤੀ। ਡਿਸਓਬੀਡੈਂਸ ਤੋਂ ਆਪਾਂ ਮਤਲਬ ਹੀ ਆਪਾਂ ਨੂੰ ਇਹ ਪਤਾ ਚੱਲ ਰਿਹਾ ਵੀ ਉਹਨਾਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ। ਪਹਿਲਾਂ ਕੀ ਹੋ ਰਿਹਾ ਸੀਗਾ ਵੀ ਹਾਂ ਜੋ ਕਾਨੂੰਨ ਬਣਾ ਰਹੇ ਸੀਗੇ ਉਹ ਮੰਨ ਨਹੀਂ ਰਹੇ ਸੀਗੇ, ਹੁਣ ਉਲੰਘਣਾ ਕਰਨ ਲੱਗ ਗਏ ਸੀਗੇ, ਅੱਗੋਂ ਜਾ ਕੇ ਉਲੰਘਣਾ ਕਰਨ ਲੱਗ ਗਏ ਸੀ, ਤਾਂ ਕਰਕੇ ਇਸ ਮੂਵਮੈਂਟ ਦਾ ਨਾਮ ਰੱਖਿਆ ਗਿਆ ਸਿਵਲ ਡਿਸਓਬੀਡੈਂਸ ਮੂਵਮੈਂਟ। ਠੀਕ ਹੈ, ਸੋ ਨੈਕਸਟ ਕੁਐਸਚਨ ਹੈਗਾ ਗਾਂਧੀ ਜੀ ਸਟਾਰਟ ਡਾਂਡੀ ਮਾਰਚ ਫਰੋਮ। ਸੋ ਇਹ ਕਈ ਵਾਰੀ ਕੁਐਸਚਨ ਰਿਪੀਟ ਹੋਇਆ ਹੋਇਆ ਵੀ ਜਿਹੜੀ ਡਾਂਡੀ ਮਾਰਚ ਹੈਗੀ ਉਹ ਕਿੱਥੋਂ ਸਟਾਰਟ ਹੋਈ, ਸਾਬਰਮਤੀ ਤੋਂ ਹੋਈ, ਪਰ ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਹੋਈ ਉਹ ਡਾਂਡੀ ਤੋਂ ਜਾ ਕੇ ਸਟਾਰਟ ਹੋਈ, ਨਾ ਕਿ ਸਾਬਰਮਤੀ ਤੋਂ ਹੋਈ। ਸੋ ਜਦੋਂ ਉਹਨਾਂ ਨੇ ਸੋਲਟ ਲਾਅ ਬ੍ਰੇਕ ਕਰਤਾ ਉਸੇ ਟਾਈਮ ਹੀ ਜਿਹੜੀ ਆਪਣੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਹੋਈ, ਨਾ ਕਿ ਉਸ ਤੋਂ ਪਹਿਲਾਂ ਹੋਈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਪਰ ਜੀ ਜਿਹੜੀ ਡਾਂਡੀ ਮਾਰਚ ਸਟਾਰਟ ਹੋਈ ਉਹ ਸਾਬਰਮਤੀ ਤੋਂ ਹੋਈ, ਪਰ ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਹੋਈ ਜਿਹੜੀ ਗਾਂਧੀ ਜੀ ਨੇ ਕੀਤੀ ਉਹ ਡਾਂਡੀ ਜਾ ਕੇ ਕੀਤੀ ਜਦੋਂ ਉਹਨਾਂ ਨੇ ਸੋਲਟ ਲਾਅ ਬ੍ਰੇਕ ਕੀਤਾ। ਠੀਕ ਹੈ, ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਐਟ ਵਿਚ ਕਾਂਗਰਸ ਸੈਸ਼ਨ ਵਾਜ਼ ਦਾ ਵਰਕਿੰਗ ਕਮੇਟੀ ਆਥੋਰਾਈਜ਼ਡ ਟੂ ਲਾਂਚ ਏ ਪ੍ਰੋਗਰਾਮ ਆਫ ਸਿਵਲ ਡਿਸਓਬੀਡੈਂਸ। ਸੋ ਲਾਹੌਰ ਸੈਸ਼ਨ ਦੇ ਵਿੱਚ ਕਾਂਗਰਸ ਨੇ ਆਫੀਸ਼ੀਅਲੀ ਅਡੋਪਟ ਕਰ ਲਿਆ ਵੀ ਹਾਂ ਹੁਣ ਅਸੀਂ ਸਿਵਲ ਡਿਸਓਬੀਡੈਂਸ ਮੂਵਮੈਂਟ ਨੂੰ ਅਸੀਂ ਅਡੋਪਟ ਕਰ ਰਹੇ ਹਾਂ। ਜਿਹੜੀਆਂ ਸਾਡੀਆਂ ਨਹਿਰੂ ਰਿਪੋਰਟ ਦੇ ਵਿੱਚ ਗੱਲਾਂ ਸੀਗੀਆਂ, ਇੱਕ ਵਾਈਟ ਕਮਿਸ਼ਨ ਲੈ ਕੇ ਆਂਦਾ ਸਾਡੀ ਉੱਤੋਂ ਨਹਿਰੂ ਰਿਪੋਰਟ ਨੂੰ ਟੁਕਰਾਤਾ, ਤਾਂ ਉਹਨਾਂ ਨੂੰ ਬਹੁਤ ਹੀ ਵੱਡਾ ਰੋਸ ਸੀਗਾ। ਸੋ ਉਹਨਾਂ ਨੇ ਸਟਾਰਟ ਕੀਤੀ ਸਿਵਲ ਡਿਸਓਬੀਡੈਂਸ ਮੂਵਮੈਂਟ। ਕਿਹੜੇ ਸੈਸ਼ਨ ਦੇ ਵਿੱਚ, ਲਾਹੌਰ ਸੈਸ਼ਨ ਦੇ ਵਿੱਚ ਉਹਨਾਂ ਨੇ ਅਡੋਪਟ ਕਰ ਲਿਆ ਸੀ ਰੈਜ਼ੋਲੂਸ਼ਨ ਕਿ ਅਸੀਂ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, ਲਾਹੌਰ ਸੈਸ਼ਨ ਦੇ ਹੈੱਡ ਕੌਣ ਕਰ ਰਹੇ ਸੀ, ਜਵਾਹਰ ਲਾਲ ਨਹਿਰੂ ਹੈੱਡ ਕਰ ਰਹੇ ਸੀਗੇ ਲਾਹੌਰ ਸੈਸ਼ਨ ਨੂੰ, ਬਹੁਤ ਹੀ ਇੰਪੋਰਟੈਂਟ ਹੈਗਾ। ਵਿਚ ਵਨ ਆਫ ਦਾ ਫੋਲੋਇੰਗ ਬਿਗਨ ਵਿਦ ਦਾ ਡਾਂਡੀ ਮਾਰਚ। ਸੋ ਡਾਂਡੀ ਮਾਰਚ ਜਦੋਂ ਡਾਂਡੀ ਪਹੁੰਚ ਗਏ ਸੀਗੇ ਉੱਥੇ ਸਟਾਰਟ ਹੋਈ ਸੀਗੀ ਸਿਵਲ ਡਿਸਓਬੀਡੈਂਸ ਮੂਵਮੈਂਟ। ਵਾਰ-ਵਾਰ ਤੁਹਾਨੂੰ ਰਿਪੀਟ ਕਰ ਰਿਹਾ, ਡਾਂਡੀ ਮਾਰਚ ਪਹੁੰਚ ਗਏ ਸੀਗੇ ਉਦੋਂ ਸਟਾਰਟ ਹੋਈ ਸੀਗੀ ਸਿਵਲ ਡਿਸਓਬੀਡੈਂਸ ਮੂਵਮੈਂਟ। ਬਹੁਤ ਹੀ ਇੰਪੋਰਟੈਂਟ ਹੈਗਾ, 1930 ਦੇ ਵਿੱਚ ਸਟਾਰਟ ਹੋਈ ਸੀਗੀ ਸਿਵਲ ਡਿਸਓਬੀਡੈਂਸ ਮੂਵਮੈਂਟ। ਸੋ ਬਹੁਤ ਹੀ ਆਪਾਂ ਇਹਨਾਂ ਨੂੰ ਜਿਹੜੀਆਂ ਡੇਟਸ ਹੈਗੀਆਂ ਪਰਟੀਕੂਲਰ 12 ਮਾਰਚ 6 ਅਪ੍ਰੈਲ ਇਹ ਸਾਰੀਆਂ ਡੇਟਸ ਨੂੰ ਤੁਸੀਂ ਯਾਦ ਰੱਖਣਾ, ਕਿਉਂਕਿ ਜਿਹੜੇ ਆਪਣੇ ਕਲੈਰੀਕਲ ਲੈਵਲ ਦੇ ਐਗਜ਼ਾਮ ਹੈ ਉਹਨਾਂ ਵਿੱਚ ਡੇਟਸ ਪੁੱਛ ਲਈਆਂ ਜਾਂਦੀਆਂ ਪਰਟੀਕੂਲਰਲੀ। ਠੀਕ ਹੈ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਇਨ 1930 ਮਹਾਤਮਾ ਗਾਂਧੀ ਸਟਾਰਟਡ ਏ ਸਿਵਲ ਡਿਸਓਬੀਡੈਂਸ ਮੂਵਮੈਂਟ ਫਰੋਮ ਦਾ। ਸੋ ਇਹੀ ਕੁਐਸਚਨ ਵਾਰ-ਵਾਰ ਰਿਪੀਟ ਹੋ ਰਿਹਾ ਹੈ ਕਿਉਂਕਿ ਜਿਹੜਾ ਮਤਲਬ ਰੀਸੈਂਟ ਬਿਹਾਰ PCS ਹੋਇਆ ਸੀਗਾ ਅਤੇ ਆਪਣਾ UPSC ਦਾ 1995 ਦਾ ਐਗਜ਼ਾਮ ਪੇਪਰ ਸੀਗਾ, ਅਤੇ ਇੱਕ ਵਾਰੀ ਹੋਰ ਵੀ ਰਿਪੀਟ ਹੋਇਆ UP PCS ਦੇ ਵਿੱਚ ਹੋਇਆ ਰਿਪੀਟ ਆਹ ਵਾਲਾ ਸੇਮ ਕੁਐਸਚਨ ਵੀ ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਸੀ ਕਿੱਥੋਂ ਸਟਾਰਟ ਕੀਤੀ ਮਹਾਤਮਾ ਗਾਂਧੀ ਨੇ, ਤਾਂ ਡਾਂਡੀ ਤੋਂ ਕੀਤੀ ਹੈ, ਨਾ ਕਿ ਸਾਬਰਮਤੀ ਤੋਂ ਕੀਤੀ। ਸਾਬਰਮਤੀ ਤੋਂ ਡਾਂਡੀ ਮਾਰਚ ਸਟਾਰਟ ਹੋਈ ਸੀਗੀ, ਪਰ ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਹੈ ਸਾਬਰਮਤੀ ਤੋਂ ਹੋਈ ਸੀ, ਨਾ ਕਿ ਡਾਂਡੀ ਤੋਂ ਹੋਈ ਸੀਗੀ। ਸੋ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ। ਜੇ ਕਿਸੇ ਨੇ ਮਤਲਬ ਮਿਸ ਕੀਤਾ ਇਸ ਚੀਜ਼ ਨੂੰ, ਮਤਲਬ ਤੁਹਾਨੂੰ ਸਮਝ ਨਹੀਂ ਆ ਰਿਹਾ, ਤਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਤੁਹਾਡੇ ਜਿਹੜੇ ਡਾਊਟਸ ਆਪਾਂ ਕਲੀਅਰ ਕਰਾਂਗੇ। ਠੀਕ ਹੈ, ਸੋ ਡਾਂਡੀ ਮਾਰਚ ਵਾਜ਼ ਸਟਾਰਟਡ ਟੂ। ਸੋ ਡਾਂਡੀ ਮਾਰਚ ਕਿਉਂ ਸਟਾਰਟ ਹੋਈ ਸੀ ਸਾਰਿਆਂ ਨੂੰ ਪਤਾ ਹੈ, ਬ੍ਰੇਕ ਦੀ ਸੋਲਟ ਲਾਅ। ਸੋ ਜਿਹੜੇ ਆਪਣੇ ਸੋਲਟ ਦੇ ਉੱਤੇ ਕਾਨੂੰਨ ਬਣਾਏ ਗਏ ਸੀ, ਸੋਲਟ ਦੇ ਉੱਤੇ ਟੈਕਸ ਲਾਇਆ ਗਿਆ ਸੀਗਾ, ਉਸ ਚੀਜ਼ ਦੀ ਉਲੰਘਣਾ ਕਰਨ ਵਾਸਤੇ ਗਾਂਧੀ ਜੀ ਨੇ ਸੋਲਟ ਮਾਰਚ ਸਟਾਰਟ ਕੀਤੀ ਸੀ। ਸੋ ਜਿਹੜੇ ਸੋਲਟ ਲਾਅ ਸੀਗੇ ਅੱਡ ਫਿਰ ਪੂਰੇ ਇੰਡੀਆ ਦੇ ਵਿੱਚ ਮੂਵਮੈਂਟ ਫੈਲ ਗਈ ਸੀਗੀ। ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਹੈਗੀ ਆ ਪੂਰੇ ਇੰਡੀਆ ਦੇ ਵਿੱਚ ਪੈਨ ਇੰਡੀਆ ਮੂਵਮੈਂਟ ਹੋ ਗਈ ਸੀਗੀ, ਜਿਵੇਂ ਕਿ ਅੱਡ ਕੋਸਟ 'ਤੇ, ਤਾਮਿਲਨਾਡੂ ਕੋਸਟ 'ਤੇ, ਆਂਧਰਾ ਕੋਸਟ 'ਤੇ, ਵੈਸਟ ਬੰਗਾਲ ਦੇ ਵਿੱਚ। ਜੇ ਅਗਰ ਕਿਸੇ ਕੋਸਟ ਹੈ ਨਹੀਂ ਗੀ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ, ਤਾਂ ਉੱਥੇ ਚੌਕੀਦਾਰੀ ਟੈਕਸ ਹਟਾਇਆ ਗਿਆ, ਚੌਕੀਦਾਰੀ ਟੈਕਸ ਨਹੀਂ ਪੇ ਕੀਤਾ ਗਿਆ। ਸੋ ਇਸ ਤਰ੍ਹਾਂ ਸਿਵਲ ਡਿਸਓਬੀਡੈਂਸ ਮੂਵਮੈਂਟ ਹੋਈ, ਪ੍ਰੋਪਰਲੀ ਜਿਹੜੇ ਕਾਨੂੰਨ ਸੀਗੇ ਉਹਨਾਂ ਦੀ ਉਲੰਘਣਾ ਕੀਤੀ ਗਈ। ਬਹੁਤ ਹੀ ਇੰਪੋਰਟੈਂਟ ਹੈਗਾ।
ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗਾ ਤੁਹਾਡਾ ਜਿਹੜਾ ਇਸ ਚੀਜ਼ ਨੂੰ ਸਮਝਣਾ ਵੀ ਜ਼ਰੂਰੀ ਹੈ ਵੀ ਕਿਸ ਢੰਗ ਦੇ ਨਾਲ ਚੀਜ਼ਾਂ ਅੱਗੇ ਮੂਵ ਕੀਤੀਆਂ। ਠੀਕ ਹੈ, ਸਾਈਮਨ ਕਮਿਸ਼ਨ ਆਇਆ, ਉਹਨੇ ਇੱਕ ਟ੍ਰਿਗਰ ਕਰਤੀ ਆਪਣੀ ਮਾਸ ਮੂਵਮੈਂਟ, ਤਾਂ ਉੱਭਰ ਕੇ ਸਾਹਮਣੇ ਆਈ ਸਿਵਲ ਡਿਸਓਬੀਡੀਐਂਸ ਮੂਵਮੈਂਟ, ਜਿਹੜੀ ਕਿ ਸਟਾਰਟ ਹੋਈ ਸਾਬਰਮਤੀ ਤੋਂ। ਡਾਂਡੀ ਮਾਰਚ ਕਿੱਥੋਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਹੋਈ ਡਾਂਡੀ ਤੋਂ, ਡਾਂਡੀ ਮਾਰਚ ਕਿੱਥੋਂ ਸਟਾਰਟ ਹੋਈ ਸਾਬਰਮਤੀ ਤੋਂ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਵਿਚ ਈਵੈਂਟ ਅਕਰਡ ਫਸਟ, ਸੋ ਕਿਹੜਾ ਈਵੈਂਟ ਹੈਗਾ ਜੋ ਸਭ ਤੋਂ ਪਹਿਲਾਂ ਹੋਇਆ। ਸੋ ਡਾਂਡੀ ਮਾਰਚ, ਕੁਇਟ ਇੰਡੀਆ ਮੂਵਮੈਂਟ, ਅਰਾਈਵਲ ਆਫ ਸਾਈਮਨ ਕਮਿਸ਼ਨ, ਗਾਂਧੀ ਇਰਵਿਨ ਪੈਕਟ। ਫਿਰ ਆਪਾਂ 1 ਬਾਏ 1 ਕਰਦੇ ਹਾਂ ਵੀ ਜਿਹੜਾ ਸਾਈਮਨ ਕਮਿਸ਼ਨ ਆਇਆ ਉਹ ਆਇਆ 1928 ਦੇ ਵਿੱਚ। ਠੀਕ ਹੈ ਜੀ, ਸਭ ਤੋਂ ਜਿਹੜਾ ਪਹਿਲਾ ਈਵੈਂਟ ਹੋਇਆ। ਠੀਕ ਹੈ, ਫਿਰ ਉਸ ਤੋਂ ਬਾਅਦ ਹੋਈ ਡਾਂਡੀ ਮਾਰਚ। ਡਾਂਡੀ ਮਾਰਚ ਕਦੋਂ ਹੋਈ? ਡਾਂਡੀ ਮਾਰਚ ਹੋਈ 1930 ਦੇ ਵਿੱਚ। ਠੀਕ ਹੈ, ਫਿਰ ਉਸ ਤੋਂ ਬਾਅਦ ਗਾਂਧੀ ਇਰਵਿਨ ਪੈਕਟ ਜੋ ਕਿ ਹੋਇਆ 1931 ਦੇ ਵਿੱਚ। ਕੁਇਟ ਇੰਡੀਆ ਮੂਵਮੈਂਟ ਹੋਈ ਲਾਸਟ ਦੇ ਵਿੱਚ, ਉਹ ਕਦੋਂ ਹੋਈ? 1942 ਦੇ ਵਿੱਚ। ਠੀਕ ਹੈ, ਸੋ ਆਪਾਂ ਫੇਰ ਰਿਪੀਟ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਇਆ ਸਾਈਮਨ ਕਮਿਸ਼ਨ। ਇਹਨਾਂ ਚਾਰਾਂ 'ਚੋਂ ਆਪਾਂ ਗੱਲ ਕਰੀਏ, ਚਾਰਾਂ ਈਵੈਂਟਸ 'ਚੋਂ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾ ਈਵੈਂਟ ਹੋਇਆ ਅਰਾਈਵਲ ਆਫ ਸਾਈਮਨ ਕਮਿਸ਼ਨ ਜੋ ਕਿ ਆਇਆ 1928 ਦੇ ਵਿੱਚ। ਠੀਕ ਹੈ, ਫਿਰ ਹੋਈ ਡਾਂਡੀ ਮਾਰਚ ਜੋ ਕਿ ਹੋਈ 1930 ਦੇ ਵਿੱਚ। ਫਿਰ ਹੋਈ ਗਾਂਧੀ ਇਰਵਿਨ ਪੈਕਟ ਜੋ ਹੋਇਆ 1931 ਦੇ ਵਿੱਚ। ਫਿਰ ਹੋਈ ਕੁਇਟ ਇੰਡੀਆ ਮੂਵਮੈਂਟ ਜੋ ਕਿ ਹੋਇਆ 1942 ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗੀਆਂ। ਸੋ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਆਊਗਾ ਤੁਹਾਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਜਾਂ ਤੁਹਾਨੂੰ ਮੈਂ ਪ੍ਰੀਵੀਅਸ ਆਪਣੇ ਲੈਕਚਰ ਸੀਗੇ ਉਹਦੇ ਵਿੱਚ ਇੰਸਟਾਗ੍ਰਾਮ ਆਈਡੀ ਦਿੱਤੀ ਹੋਈ ਹੈ, ਤੁਸੀਂ ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਤੁਸੀਂ ਪੁੱਛ ਸਕਦੇ ਹੋ। ਠੀਕ ਹੈ ਜੀ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਫਟਰ ਦਾ ਅਰੈਸਟ ਆਫ ਦਾ ਗਾਂਧੀ ਜੀ ਡਿਊਰਿੰਗ ਦਾ ਸਾਲਟ ਸੱਤਿਆਗ੍ਰਹਿ ਹੂ ਟੁਕ ਹਿਸ ਪਲੇਸ ਐਜ਼ ਦਾ ਲੀਡਰ ਆਫ ਦਾ ਮੂਵਮੈਂਟ। ਸੋ ਸਾਲਟ ਸੱਤਿਆਗ੍ਰਹਿ ਜਦੋਂ ਹੋਇਆ ਸੀਗਾ, ਜਾਂ ਕਹਿ ਸਕਦੇ ਹਾਂ ਵੀ ਜਦੋਂ ਸਾਲਟ ਲਾਅ ਬ੍ਰੇਕ ਕੀਤੇ ਸੀ ਗਾਂਧੀ ਜੀ ਨੇ, ਤਾਂ ਗੌਰਮੈਂਟ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਠੀਕ ਹੈ ਜੀ, ਸੋ ਜਦੋਂ ਗੌਰਮੈਂਟ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤਾਂ ਸਾਲਟ ਮੂਵਮੈਂਟ ਨੂੰ ਕੌਣ ਲੀਡ ਕਰ ਰਿਹਾ ਸੀ ਗਾਂਧੀ ਜੀ ਤੋਂ ਬਾਅਦ? ਇਹ ਬਹੁਤ ਹੀ ਅਨੋਖਾ ਜਿਹਾ ਕੁਐਸਚਨ ਹੈ ਅਤੇ ਕਈ ਵਾਰੀ ਰਿਪੀਟ ਹੋਇਆ ਐਗਜ਼ਾਮ ਦੇ ਵਿੱਚ। ਜਿੰਨੇ ਵੀ ਆਪਾਂ ਕੁਐਸਚਨ ਕਰ ਰਹੇ ਹਾਂ ਕਿਤੇ ਨਾ ਕਿਤੇ ਆਏ ਹੋਏ ਹੈਗੇ ਆ, ਸਟੈਂਡਰਡ ਕੁਐਸਚਨ ਹੈਗੇ ਆ। ਸੋ ਇੱਦਾਂ ਨਾ ਸੋਚੋ ਕਿ ਮੈਂ ਆਪਣੇ ਵੱਲੋਂ ਕੋਈ ਕੁਐਸਚਨ ਬਣਾ ਰਿਹਾ, ਤਾਂ ਇੱਦਾਂ ਨਹੀਂ ਹੈ। ਕੋਈ ਸਾਰੇ ਦੇ ਸਾਰੇ ਕਿਤੇ ਨਾ ਕੋਈ ਵੀ ਐਗਜ਼ਾਮ ਦੇ ਵਿੱਚ ਪੁੱਛੇ ਹੋਏ ਕੁਐਸਚਨ ਹੈਗੇ ਆ, ਭਾਵੇਂ ਉਹ ਕੋਈ ਮਤਲਬ ਹਰਿਆਣਾ ਸਟੇਟ ਦਾ ਕੋਈ ਹੋਵੇ ਪੇਪਰ, ਜਾਂ ਕੋਈ ਮਤਲਬ ਯੂਪੀ ਸਟੇਟ ਦਾ ਹੋਵੇ, ਬਿਹਾਰ ਦਾ ਹੋਵੇ, ਐਮਪੀ ਦਾ ਹੋਵੇ, ਜਾਂ ਰਾਜਸਥਾਨ, ਕੋਈ ਵੀ ਸਟੇਟਾਂ ਹੈਗੀਆਂ, ਸਾਰਿਆਂ 'ਚ ਪੁੱਛੇ ਹੋਏ ਕੁਐਸਚਨ ਹੈਗੇ, ਸਟੈਂਡਰਡ ਕੁਐਸਚਨ ਹੈਗੇ ਜੋ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਠੀਕ ਹੈ, ਤਾਂ ਆਪਾਂ ਸਟੈਂਡਰਡ ਕਰ ਰਹੇ ਹਾਂ, ਨਿਸ਼ਚਿੰਤ ਹੋ ਜਾਓ ਤੁਸੀਂ, ਇਹਨਾਂ ਕੁਐਸਚਨ ਨੂੰ ਤਾਂ ਕਰਕੇ ਹੀ ਜਾਣਾ। ਬਾਕੀ ਤੁਹਾਡੇ ਜਿਹੜੇ ਵੀ ਸੋਰਸ ਹੈਗੇ ਉਹਨਾਂ ਨੂੰ ਜ਼ਰੂਰ ਪੜ੍ਹੋ। ਸੋ ਇਹਨੇ ਜਿਹੜੇ ਆਪਾਂ ਕੁਐਸਚਨ ਕਰ ਰਹੇ ਇਹਨਾਂ ਨੂੰ ਜ਼ਰੂਰ ਕਰਨਾ ਤੁਸੀਂ। ਠੀਕ ਹੈ, ਸੋ ਅਬਾਸ ਤਿਆਬ ਜੀ ਸੀਗੇ ਜੋ ਮਹਾਤਮਾ ਗਾਂਧੀ ਜੀ ਤੋਂ ਬਾਅਦ ਲੀਡਰ ਬਣੇ ਸੀਗੇ ਸਾਲਟ ਮੂਵਮੈਂਟ ਚੱਲ ਰਹੀ ਸੀ ਉਹਦੇ। ਤਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਆਪਾਂ। ਦਾ ਮੇਨ ਪਰਪਸ ਆਫ ਦਾ ਗਾਂਧੀ ਇਰਵਿਨ ਪੈਕਟ ਵਾਸ। ਹੁਣ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਕਰ ਲੈਂਦੇ ਹਾਂ ਗਾਂਧੀ ਇਰਵਿਨ ਪੈਕਟ ਕੀ ਸੀਗਾ। ਹੁਣ ਮਤਲਬ ਉੱਥੇ ਰਾਊਂਡ ਟੇਬਲ ਕਾਨਫਰੰਸ ਹੋ ਰਹੀਆਂ ਸੀਗੀਆਂ ਲੰਡਨ ਦੇ ਵਿੱਚ, ਅਤੇ ਕਾਂਗਰਸ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰ ਰਹੀ ਸੀਗੀ ਕਿਉਂਕਿ ਇੱਥੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਲੱਗੀ ਹੋਈ ਸੀਗੀ। ਕਾਂਗਰਸ ਤਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ 'ਚ ਪਾਰਟ ਲੈ ਰਹੀ ਸੀ, ਉੱਥੇ ਰਾਊਂਡ ਟੇਬਲ ਕਾਨਫਰੰਸ ਚੱਲ ਰਹੀਆਂ ਸੀਗੀਆਂ। ਰਾਊਂਡ ਟੇਬਲ ਕਾਨਫਰੰਸ ਕੀ ਸੀਗੀਆਂ ਵੀ ਆਪਣੇ ਜਿਹੜੇ 1919 ਦਾ ਐਕਟ ਸੀਗਾ, ਜਾਂ ਆਪਣੇ ਵਿੱਚ ਕੌਨਸਟੀਟਿਊਸ਼ਨਲ ਅਰੇਂਜਮੈਂਟ ਸੀਗਾ ਇੰਡੀਆ ਦੇ ਵਿੱਚ, ਉਹਨੂੰ ਇੰਪਰੂਵ ਕਰਨ 'ਤੇ ਡਿਸਕਸ਼ਨ ਸੀਗੀਆਂ। ਠੀਕ ਹੈ, ਰਾਊਂਡ ਟੇਬਲ ਕਾਨਫਰੰਸ ਹੀ ਕੀ ਸੀਗਾ, ਜਿਹੜਾ ਆਪਣਾ 1919 ਦਾ ਐਕਟ ਸੀਗਾ, ਜਾਂ ਜੋ ਵੀ ਆਪਣੇ ਕੌਨਸਟੀਟਿਊਸ਼ਨ ਅਰੇਂਜਮੈਂਟ ਚੱਲ ਰਿਹਾ ਸੀਗਾ ਇੰਡੀਆ ਦੇ ਵਿੱਚ, ਉਹਦੇ ਵਿੱਚ ਰਿਫੋਰਮਸ ਲੈ ਕੇ ਆਉਣ ਲਈ ਇੱਕ ਕਾਨਫਰੰਸ ਕੀਤੀਆਂ ਗਈਆਂ ਸੀਗਾ। ਠੀਕ ਹੈ, ਜਿਵੇਂ ਹੁਣ ਆਪਣੇ ਕਿਸਾਨਾਂ ਤੇ ਗੌਰਮੈਂਟ ਦੀ ਕਾਨਫਰੰਸ ਹੋ ਰਹੀਆਂ, ਉਸੇ ਟਾਈਮ ਉਸ ਤਰ੍ਹਾਂ ਹੀ ਆਪਣੇ ਜਿਹੜੀ ਇੱਥੋਂ ਦੀਆਂ ਪਾਰਟੀ ਸੀਗੀਆਂ ਅਤੇ ਉੱਥੋਂ ਦੀ ਗੌਰਮੈਂਟ ਸੀਗੀ, ਉਹਨਾਂ ਵਿਚਕਾਰ ਕਾਨਫਰੰਸ ਹੋ ਰਹੀਆਂ ਸੀਗੀਆਂ ਵੀ ਜਿਹੜਾ ਤੁਹਾਡਾ ਇੰਡੀਆ ਦਾ ਕੌਨਸਟੀਟਿਊਸ਼ਨ ਅਰੇਂਜਮੈਂਟ ਹੈ ਉਹ ਕਿਸ ਢੰਗ ਨਾਲ ਹੋਣਾ ਚਾਹੀਦਾ। ਠੀਕ ਹੈ ਜੀ, ਸੋ ਕਾਂਗਰਸ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰ ਰਹੀ ਸੀ ਕਿਉਂਕਿ ਜਿਹੜੀ ਫਸਟ ਰਾਊਂਡ ਟੇਬਲ ਕਾਨਫਰੰਸ ਹੈ 1930 ਦੇ ਵਿੱਚ ਹੋਈ ਸੀ। 1930 ਦੇ ਵਿੱਚ ਹੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਚੱਲ ਰਹੀ ਸੀਗੀ। ਤਾਂ ਹੁਣ ਕਾਂਗਰਸ ਦੇ ਬਿਨਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ ਸੀਗਾ। ਠੀਕ ਹੈ, ਤਾਂ ਉਸ ਚੀਜ਼ ਨੂੰ ਅੱਗੇ ਫਰਦਰ ਪਰਸ਼ੂ ਕਰਨ ਵਾਸਤੇ, ਉਸ ਜਿਹੜੀ ਰਾਊਂਡ ਟੇਬਲ ਕਾਨਫਰੰਸ ਨੂੰ ਇੱਕ ਸਕਸੈਸ ਕ੍ਰੀਏਟ ਕਰਨ ਵਾਸਤੇ, ਤਾਂ ਉਹਨਾਂ ਨੇ ਕਾਂਗਰਸ ਨੂੰ ਕਿਹਾ ਵੀ ਹਾਂ ਤੁਸੀਂ ਪਾਰਟੀਸਪੇਟ ਕਰੋ। ਤਾਂ ਉਸ ਦੀ ਪਾਰਟੀਸਪੇਸ਼ਨ ਵਾਸਤੇ ਗਾਂਧੀ ਇਰਵਿਨ ਪੈਕਟ ਹੋਇਆ ਜੋ ਕਿ 1931 ਦੇ ਵਿੱਚ ਹੋਇਆ। ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਇਹਦੇ ਵਿੱਚ ਕੁਝ ਪ੍ਰੋਵੀਜ਼ਨਸ ਹੈਗੀਆਂ ਜੋ ਆਪਣੇ ਲਈ ਜਾਣਨੀਆਂ ਜ਼ਰੂਰੀ ਹੈਗੀਆਂ। ਗਾਂਧੀ ਇਰਵਿਨ ਪੈਕਟ ਦੇ ਵਿੱਚ ਕੀ ਕਿਹਾ ਗਿਆ ਵੀ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਇਹਨੂੰ ਤੁਸੀਂ ਅਡਜਰਨ ਕਰ ਦਿਓ, ਇਹਨੂੰ ਇੱਕ ਫੋਰ ਟਾਈਮ ਬਿੰਗ ਲਈ ਰੋਕ ਦਿਓ। ਠੀਕ ਹੈ, ਦੂਜੀ ਗੱਲ ਕਹੀ ਗਈ ਵੀ ਜਿਹੜੇ ਤੁਹਾਡੇ ਪ੍ਰਿਜ਼ਨਰਸ ਹੈਗੇ ਆ ਜੋ ਮਤਲਬ ਲਾਅ ਡਿਸਓਬੇ ਕਰਦੇ ਹੋਏ ਪਕੜੇ ਗਏ ਆ, ਤਾਂ ਉਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ। ਠੀਕ ਹੈ, ਦੂਜੀ ਗੱਲ ਇਹ ਹੋ ਗਈ। ਤੀਜੀ ਗੱਲ ਜੋ ਸਭ ਤੋਂ ਇੰਪੋਰਟੈਂਟ ਹੋਈ ਵੀ ਜਿਹੜੇ ਆਪਣੇ ਪ੍ਰਿਜ਼ਨਰ ਹੈ ਜਿਨ੍ਹਾਂ ਨੇ ਵਾਇਲੈਂਸ ਕ੍ਰੀਏਟ ਕੀਤੀ, ਜਿਵੇਂ ਕਿ ਆਪਣੇ ਭਗਤ ਸਿੰਘ ਹੈ, ਉਹਨਾਂ ਨੂੰ ਫਾਂਸੀ ਦਿੱਤੀ ਗਈ, ਗਾਂਧੀ ਇਰਵਿਨ ਪੈਕਟ ਦੇ ਅਕੋਰਡਿੰਗ ਹੀ ਦਿੱਤੀ ਗਈ। ਤਾਂ
ਮਤਲਬ ਜਿਹੜੇ ਉਹਨਾਂ ਨੇ ਵਾਇਲੈਂਸ ਕ੍ਰੀਏਟ ਕੀਤੀ ਕਿ ਉਹਨਾਂ ਨੂੰ ਨਹੀਂ ਛੱਡਿਆ ਜਾਊਗਾ, ਬਾਕੀ ਸਾਰਿਆਂ ਨੂੰ ਛੱਡਿਆ ਜਾਊਗਾ। ਠੀਕ ਹੈ, ਸੋ ਇਹ ਕੁਝ ਪ੍ਰੋਵੀਜ਼ਨਸ ਹੈ ਜੋ ਗਾਂਧੀ ਇਰਵਿਨ ਪੈਕਟ ਦੇ ਵਿੱਚ ਹੋਈਆਂ। ਅਤੇ ਸਭ ਤੋਂ ਜਿਹੜੀ ਮੋਸਟ ਇੰਪੋਰਟੈਂਟ ਹੈਗੀ ਹੈ ਵੀ ਗਾਂਧੀ ਇਰਵਿਨ ਪੈਕਟ ਦੇ ਵਿੱਚ ਕੀ ਕਾਂਗਰਸ 1931 ਦਾ ਮਤਲਬ ਜਾਂ ਕਹਿ ਸਕਦੇ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰੂਗੀ। ਠੀਕ ਹੈ, ਸੋ ਇਸ ਤਰ੍ਹਾਂ ਕੁਝ ਨੈਗੋਸ਼ੀਏਸ਼ਨ ਕੀਤੀਆਂ ਗਈਆਂ ਕਾਂਗਰਸ ਦੇ ਨਾਲ। ਸੋ ਇਹੀ ਸੀਗੀ ਗਾਂਧੀ ਇਰਵਿਨ ਪੈਕਟ। ਸੋ ਬਾਕੀ ਦੇ ਜਿਹੜੇ ਕੁਐਸਚਨ ਹੈਗੇ ਇਹਦੇ ਨਾਲ ਮਿਲਦੇ ਜੁਲਦੇ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਸੋ ਲੈਕਚਰਸ ਦੇ ਨਾਲ ਬਣੇ ਰਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਜਿਹੜੀ ਸਾਡੀ ਐਪ ਹੈਗੀ ਹੈ CBSE ਐਗਜ਼ਾਮ ਗੁਰੂ ਐਪ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੋ ਵੀ ਆਪਣੇ ਰਿਵਿਊਜ਼ ਹੈ ਜਾਂ ਕਹਿ ਸਕਦੇ ਹਾਂ ਜੋ ਵੀ ਸਾਡੇ ਕੋਰਸਿਸ ਆ ਉਹਨਾਂ ਨੂੰ ਬਾਏ ਕਰ ਸਕਦੇ ਹੋ। ਬਹੁਤ ਹੀ ਮਤਲਬ ਕਹਿ ਸਕਦੇ ਹਾਂ ਰੈਸਟਲ ਜੀ ਕੋਰਸ 'ਤੇ ਅਸੀਂ ਟੈਸਟ ਸੀਰੀਜ਼ ਲਾਂਚ ਕੀਤੀਆਂ ਹੋਈਆਂ। ਸੋ ਉਹਨਾਂ ਨੂੰ ਜਾ ਕੇ ਜੁਆਇਨ ਕਰ ਸਕਦੇ ਹੋ। ਜੋ ਵੀ ਤੁਸੀਂ ਬੈਨੀਫਿਟਸ ਉਠਾਉਣਾ ਚਾਹਦੇ ਉਠਾ ਸਕਦੇ ਹੋ। ਸੋ ਥੈਂਕ ਯੂ ਸੋ ਮਚ।